ਪਸਾਹ ਦੇ ਪਰਬ ਦੀ ਪਵਿੱਤਰ ਸਭਾ ਆ ਗਈ ਹੈ। ਅੱਜ ਆਓ ਅਸੀਂ ਪਸਾਹ ਅਤੇ ਪਰਮੇਸ਼ਵਰ ਦਾ ਪਰਿਵਾਰ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰੀਏ। ਜਦੋਂ ਅਸੀਂ ਆਪਣੀਆਂ ਆਤਮਾਵਾਂ ਬਾਰੇ ਸੋਚਦੇ ਹਾਂ ਤਾਂ ਅਸੀਂ ਪਹਿਲਾਂ ਸਵਰਗ ਦੇ ਰਾਜ ਵਿੱਚ ਪਰਮੇਸ਼ਵਰ ਨਾਲ ਇੱਕ ਸ਼ਾਨਦਾਰ ਜੀਵਨ ਜਿਉਂਦੇ ਸੀ। ਹਾਲਾਂਕਿ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਸ਼ੈਤਾਨ ਦੇ ਧੋਖੇ ਵਿੱਚ ਆ ਕੇ ਸਵਰਗ ਵਿੱਚ ਪਾਪ ਕੀਤਾ। ਨਤੀਜੇ ਵਜੋਂ ਸਾਨੂੰ ਇਸ ਧਰਤੀ ਉੱਤੇ ਸੁੱਟ ਦਿੱਤਾ ਗਿਆ। ਸਾਰੇ ਮਨੁੱਖ ਪਾਪੀ ਹਨ ਜਿਨ੍ਹਾਂ ਨੂੰ ਸਵਰਗ ਦੇ ਰਾਜ ਵਿੱਚੋਂ ਕੱਢ ਦਿੱਤਾ ਗਿਆ ਸੀ। ਉਹਨਾਂ ਨੂੰ ਪਾਪਾਂ ਦੀ ਮਾਫੀ ਦੇਣ ਅਤੇ ਉਹਨਾਂ ਨੂੰ ਸਵਰਗੀ ਘਰ ਵਿੱਚ ਵਾਪਸ ਲਿਜਾਉਣ ਲਈ ਪਰਮੇਸ਼ਵਰ ਇਸ ਧਰਤੀ ਉੱਤੇ ਆਏ ਅਤੇ ਨਵੇਂ ਨੇਮ ਪਸਾਹ ਦੀ ਸਥਾਪਨਾ ਕੀਤੀ। ਇਸ ਲਈ ਕੋਈ ਵੀ ਪਸਾਹ ਨੂੰ ਮਨਾਏ ਬਿਨਾਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ। ਅੱਜ ਸਵਰਗੀ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਅਸੀਂ ਪਸਾਹ ਬਾਰੇ ਅਧਿਐਨ ਕਰਾਂਗੇ, ਜਿਸ ਵਿੱਚ ਪਰਮੇਸ਼ਵਰ ਨੇ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦਾ ਵਾਅਦਾ ਕੀਤਾ ਸੀ। ਸਭ ਤੋਂ ਪਹਿਲਾਂ ਪਸਾਹ ਅਤੇ ਪਰਮੇਸ਼ਵਰ ਦਾ ਪਰਿਵਾਰ ਸਿਰਲੇਖ ਉੱਤੇ ਵਿਚਾਰ ਕਰਦੇ ਹੋਏ ਆਓ ਅਸੀਂ ਪੁਸ਼ਟੀ ਕਰੀਏ ਕਿ ਅਸੀਂ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰਸ ਹਾਂ ਜਾਂ ਨਹੀਂ। ਬਹੁਤ ਸਾਰੇ ਲੋਕ ਸੋਚਦੇ ਹਨ ਕਿ ਪਿਤਾ ਪਰਮੇਸ਼ਵਰ ਸਿਰਫ ਇੱਕ ਸਿਰਲੇਖ ਹੈ, ਠੀਕ ਜਿਵੇਂ ਉਹ ਸਕੂਲ ਵਿੱਚ ਅਧਿਆਪਕ ਜਾਂ ਕਾਲਜ ਵਿੱਚ ਇੱਕ ਪ੍ਰੋਫੈਸਰ ਨੂੰ ਸੰਬੋਧਨ ਕਰਦੇ ਹਨ। ਹਾਲਾਂਕਿ ਪਿਤਾ ਪਰਮੇਸ਼ਵਰ ਅਤੇ ਉਹਨਾਂ ਦੀਆਂ ਸੰਤਾਨਾਂ ਵਿਚਕਾਰ ਇੱਕ ਅਸਲ ਸਬੰਧ ਹੈ। ਯਿਸੂ ਮਸੀਹ ਨਾਲ ਸਾਰੇ ਨਬੀਆਂ ਦੀ ਗਵਾਹੀ ਪੂਰੀ ਬਾਈਬਲ ਵਿੱਚ ਦੇਖੀ ਜਾ ਸਕਦੀ ਹੈ। ਉਹ ਗਵਾਹੀ ਦਿੰਦੇ ਹਨ ਕਿ ਅਸੀਂ ਪਿਤਾ ਪਰਮੇਸ਼ਵਰ ਦੀ ਸੰਤਾਨ ਹਾਂ ਜੋ ਸਵਰਗ ਵਿੱਚ ਹਨ। ਬਹੁਤ ਸਾਰੇ ਲੋਕ ਇਸ ਗੱਲ ਤੋਂ ਅਣਜਾਣ ਹਨ ਕਿ ਪਰਮੇਸ਼ਵਰ ਦੀ ਸੰਤਾਨ ਕਿੰਨੀ ਸਤਿਕਾਰਯੋਗ ਹੈ, ਨਾਲ ਹੀ ਇਸ ਦੀ ਭੂਮਿਕਾ ਅਤੇ ਜ਼ਿੰਮੇਵਾਰੀ ਤੋਂ ਵੀ ਅਣਜਾਣ ਹਨ। ਜਾਗਰੂਕਤਾ ਦੀ ਇਸ ਘਾਟ ਕਾਰਨ ਭਾਵੇਂ ਅਸੀਂ ਪਰਮੇਸ਼ਵਰ ਦੀ ਸੰਤਾਨ ਬਣਨ ਬਾਰੇ ਖੁਸ਼ਖਬਰੀ ਸਾਂਝਾ ਕਰਦੇ ਹਾਂ, ਪਰ ਲੋਕ ਇਸ ਨੂੰ ਇੱਕ ਸਿਧਾਂਤ ਮੰਨਦੇ ਹਨ। ਅਸੀਂ ਜੋ ਪ੍ਰਚਾਰ ਕਰਦੇ ਹਾਂ ਉਹ ਅਸਲ ਵਿੱਚ ਸੰਪੂਰਨ ਸੱਚ ਹੈ, ਕਿਉਂਕਿ ਪਰਮੇਸ਼ਵਰ ਸਾਡੇ ਪਿਤਾ ਹਨ। ਇਸ ਲਈ ਅਸੀਂ ਪ੍ਰਚਾਰ ਕਰਦੇ ਹਾਂ ਕਿ ਪਰਮੇਸ਼ਵਰ ਸਾਡੇ ਪਿਤਾ ਹਨ। ਕਿਉਂਕਿ ਅਸੀਂ ਪਰਮੇਸ਼ਵਰ ਦੀ ਸੰਤਾਨ ਹਾਂ, ਇਸ ਲਈ ਅਸੀਂ ਪਰਮੇਸ਼ਵਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਆਪਣੀ ਅਸਲੀ ਪਹਿਚਾਣ ਪੇਸ਼ ਕਰਦੇ ਹਾਂ। ਆਓ ਅਸੀਂ ਬਾਈਬਲ ਰਾਹੀਂ ਇਸ ਦੀ ਪੁਸ਼ਟੀ ਕਰੀਏ। ਸਭ ਤੋਂ ਪਹਿਲਾਂ ਆਓ ਅਸੀਂ ਇਬਰਾਨੀਆਂ ਦੀ ਕਿਤਾਬ ਅਧਿਆਇ 8 ਦੁਆਰਾ ਸਵਰਗ ਅਤੇ ਧਰਤੀ ਵਿਚਕਾਰ ਸਬੰਧਾਂ ਦੀ ਪੁਸ਼ਟੀ ਕਰੀਏ। ਇਬਰਾਨੀਆਂ ਅਧਿਆਇ 8 ਵਚਨ 5 ਵਿੱਚ ਇਹ ਲਿਖਿਆ ਹੈ, ਜਿਹੜੇ ਸੁਰਗੀ ਵਸਤਾਂ ਦੇ ਨਮੂਨੇ ਅਤੇ ਪਰਛਾਵੇ ਦੀ ਸੇਵਾ ਕਰਦੇ ਹਨ। ਨਾ ਸਿਰਫ ਪੁਰਾਣੇ ਨੇਮ ਵਿੱਚ ਪਵਿੱਤਰ ਅਸਥਾਨ, ਸਗੋਂ ਅੱਜ ਅਸੀਂ ਜਿਸ ਦੁਨੀਆ ਵਿੱਚ ਰਹਿੰਦੇ ਹਾਂ ਉਹ ਵੀ ਸਵਰਗ ਦੀ ਨਕਲ ਅਤੇ ਪਰਛਾਵਾਂ ਹੈ। ਉਹਨਾਂ ਵਿੱਚੋਂ ਕਿਉਂਕਿ ਅੱਜ ਦੇ ਉਪਦੇਸ਼ ਦਾ ਸਿਰਲੇਖ ਪਸਾਹ ਅਤੇ ਪਰਮੇਸ਼ਵਰ ਦਾ ਪਰਿਵਾਰ ਹੈ, ਇਸ ਲਈ ਆਓ ਅਸੀਂ ਬਾਈਬਲ ਰਾਹੀਂ ਇਸ ਗੱਲ ਦੀ ਪੁਸ਼ਟੀ ਕਰੀਏ ਕਿ ਪਰਿਵਾਰ ਪ੍ਰਣਾਲੀ ਜੋ ਸਵਰਗ ਵਿੱਚ ਮੌਜੂਦ ਸੀ, ਇਸ ਧਰਤੀ ਉੱਤੇ ਸਹੀ ਰੂਪ ਵਿੱਚ ਪ੍ਰਤੀਬਿੰਬਤ ਹੁੰਦੀ ਹੈ। ਸਾਨੂੰ ਬਾਈਬਲ ਦੀਆਂ ਸਾਰੀਆਂ ਸਿੱਖਿਆਵਾਂ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਕਿਉਂਕਿ ਅਸੀਂ ਆਪਣੀਆਂ ਨੰਗੀਆਂ ਅੱਖਾਂ ਨਾਲ ਸੂਖਮ ਜੀਵਾਂ ਨੂੰ ਨਹੀਂ ਦੇਖ ਸਕਦੇ। ਇਸ ਲਈ ਅਸੀਂ ਕਿਸ ਤਰ੍ਹਾਂ ਦੇ ਯੰਤਰ ਦੀ ਵਰਤੋਂ ਕਰਦੇ ਹਾਂ? ਅਸੀਂ ਮਾਈਕਰੋਸਕੋਪ ਦੀ ਵਰਤੋਂ ਕਰਦੇ ਹਾਂ। ਮਾਈਕਰੋਸਕੋਪ ਰਾਹੀਂ ਅਸੀਂ ਇਹਨਾਂ ਛੋਟੇ ਜੀਵਾਂ ਨੂੰ ਦੇਖ ਸਕਦੇ ਹਾਂ। ਹੁਣ ਕੀ ਕੋਈ ਇਹ ਦਾਅਵਾ ਕਰੇਗਾ ਕਿ ਬੈਕਟੀਰੀਆ, ਅਮੀਬਾ ਜਾਂ ਕੀਟਾਣੂ ਮੌਜੂਦ ਨਹੀਂ ਹਨ ਕਿਉਂਕਿ ਉਹ ਸਿਰਫ ਇੱਕ ਮਾਈਕਰੋਸਕੋਪ ਦੁਆਰਾ ਵੇਖੇ ਜਾਂਦੇ ਹਨ ਅਤੇ ਉਹ ਇਸ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ? ਬੇਸ਼ੱਕ ਨਹੀਂ। ਇਸੇ ਤਰ੍ਹਾਂ ਅਸੀਂ ਕਿਸ ਕਿਸਮ ਦੇ ਮਾਈਕਰੋਸਕੋਪ ਦੁਆਰਾ ਆਤਮਿਕ ਸੰਸਾਰ ਨੂੰ ਦੇਖ ਸਕਦੇ ਹਾਂ? ਸਾਨੂੰ ਬਾਈਬਲ ਰਾਹੀਂ ਇਸ ਦੀ ਜਾਂਚ ਕਰਨੀ ਚਾਹੀਦੀ ਹੈ। ਜੇਕਰ ਅਸੀਂ ਹਰ ਉਸ ਚੀਜ਼ ਉੱਤੇ ਵਿਸ਼ਵਾਸ ਕਰੀਏ ਜੋ ਮਾਈਕਰੋਸਕੋਪ ਵਿੱਚ ਦਿਖਾਈ ਦਿੰਦੀਆਂ ਹਨ, ਪਰ ਉਸ ਆਤਮਿਕ ਦੁਨੀਆ ਉੱਤੇ ਵਿਸ਼ਵਾਸ ਨਾ ਕਰੀਏ ਜਿਸ ਬਾਰੇ ਬਾਈਬਲ ਗਵਾਹੀ ਦਿੰਦੀ ਹੈ, ਤਾਂ ਕੀ ਇਹ ਅਸੰਗਤ ਨਹੀਂ ਹੋਵੇਗਾ?
ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਸੰਸਾਰਿਕ ਪਵਿੱਤਰ ਅਸਥਾਨ ਅਤੇ ਪਰਿਵਾਰ ਪ੍ਰਣਾਲੀ ਸਵਰਗ ਦਾ ਇੱਕ ਨਕਲ ਅਤੇ ਪਰਛਾਵਾਂ ਹਨ। ਇਸ ਲਈ ਆਓ ਅਸੀਂ ਇਬਰਾਨੀਆਂ ਅਧਿਆਇ 12 ਵਚਨ 9 ਦੁਆਰਾ ਪੁਸ਼ਟੀ ਕਰੀਏ ਕਿ ਧਰਤੀ ਦੀਆਂ ਵਸਤੂਆਂ ਸਵਰਗ ਨਾਲ ਮਿਲਦੀਆਂ ਹਨ ਜਾਂ ਨਹੀਂ। ਸਾਨੂੰ ਉਸ ਆਤਮਿਕ ਦੁਨੀਆ ਉੱਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਸ ਬਾਰੇ ਬਾਈਬਲ ਗਵਾਹੀ ਦਿੰਦੀ ਹੈ। ਕਿਉਂਕਿ ਇਹ ਨੰਗੀਆਂ ਅੱਖਾਂ ਨਾਲ ਦਿਖਾਈ ਨਹੀਂ ਦਿੰਦੀਆਂ, ਇਸ ਲਈ ਬਹੁਤ ਸਾਰੇ ਲੋਕ ਸੋਚਦੇ ਹਨ ਕੋਈ ਆਤਮਿਕ ਦੁਨੀਆ ਨਹੀਂ ਹੈ ਅਤੇ ਇਸ ਲਈ ਪਰਮੇਸ਼ਵਰ ਦਾ ਵੀ ਮੌਜੂਦ ਨਹੀਂ ਹੋਣਾ ਚਾਹੀਦਾ ਹੈ। ਸਾਰੇ ਲੋਕੋ, ਆਓ ਅਸੀਂ ਉਹਨਾਂ ਦ੍ਰਿਸ਼ਾਂ ਨੂੰ ਵੇਖੀਏ ਜੋ ਪਰਮੇਸ਼ਵਰ ਨੇ ਸਾਨੂੰ ਬਾਈਬਲ ਰਾਹੀਂ ਪ੍ਰਗਟ ਕੀਤੇ, ਜੋ ਸਾਡਾ ਆਤਮਿਕ ਮਾਈਕਰੋਸਕੋਪ ਹੈ। ਅਧਿਆਇ 12 ਵਚਨ 9। ਫਿਰ ਸਾਡੇ ਸਰੀਰਕ ਪਿਓ ਸਨ ਜਿਹੜੇ ਤਾੜਨਾ ਕਰਦੇ ਸਨ ਅਤੇ ਅਸਾਂ ਉਹਨਾਂ ਦਾ ਆਦਰ ਕੀਤਾ। ਤਾਂ ਭਲਾ ਅਸੀਂ ਬਹੁਤ ਵਧੀਕ ਕਿਸ ਦੇ ਆਤਮਿਆਂ ਦੇ ਪਿਤਾ ਦੇ ਅਧੀਨ ਨਾ ਹੋਈਏ ਅਤੇ ਜੀਵੀਏ। ਇਸ ਧਰਤੀ ਤੇ ਪਰਿਵਾਰ ਪ੍ਰਣਾਲੀ ਵਿੱਚ ਇੱਕ ਪਿਤਾ ਹੈ। ਇਸੇ ਤਰ੍ਹਾਂ ਆਤਮਿਕ ਦੁਨੀਆ ਵਿੱਚ ਕੌਣ ਮੌਜੂਦ ਹੈ? ਆਤਮਾਵਾਨ ਦੇ ਪਿਤਾ। ਆਓ ਅਸੀਂ ਮੱਤੀ ਅਧਿਆਇ 6 ਉੱਤੇ ਜਾਈਏ। ਮੱਤੀ ਅਧਿਆਇ 6 ਵਚਨ 8 ਵਿੱਚ ਯਿਸੂ ਨੇ ਕਿਹਾ, ਸੋ ਤੁਸੀਂ ਉਹਨਾਂ ਵਰਗੇ ਨਾ ਹੋਵੋ ਕਿਉਂ ਜੋ ਕੌਣ ਜਾਣਦਾ ਹੈ, ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਹੈ ਭਈ ਤੁਹਾਨੂੰ ਕਿਹਨਾਂ ਵਸਤਾਂ ਦੀ ਲੋੜ ਹੈ। ਸੋ ਤੁਸੀਂ ਇਸ ਬਿਦ ਨਾਲ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ। ਯਿਸੂ ਨੇ ਆਪ ਹੀ ਸਾਨੂੰ ਸਿਖਾਇਆ ਹੈ ਕਿ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ। ਸਾਡੀਆਂ ਆਤਮਾਵਾਂ ਦੇ ਕੌਣ ਹਨ? ਸਾਡੇ ਕੋਲ ਸਾਡੀਆਂ ਆਤਮਾਵਾਂ ਦੇ ਪਿਤਾ ਹਨ। ਇਹ ਸੱਚਾਈ ਹੈ। ਬਾਈਬਲ ਰਾਹੀਂ ਪਰਮੇਸ਼ਵਰ ਸਿਖਾਉਂਦੇ ਹਨ ਕਿ ਪਰਮੇਸ਼ਵਰ ਸਾਡੇ ਆਤਮਿਕ ਪਿਤਾ ਹਨ। ਹੁਣ ਜੇਕਰ ਇੱਕ ਵਿਅਕਤੀ ਪਿਤਾ ਹੈ ਤਾਂ ਉਸ ਨੂੰ ਪਿਤਾ ਕੌਣ ਆਖਦਾ ਹੈ? ਕਿਸ ਦੀ ਵੀ ਮੌਜੂਦਗੀ ਹੋਣੀ ਚਾਹੀਦੀ ਹੈ? ਇੱਥੇ ਬਹੁਤ ਸਾਰੇ ਪੁਰਸ਼ ਬਾਲਗ ਹਨ, ਫਿਰ ਵੀ ਸਿਰਫ 40 ਜਾਂ 50 ਸਾਲ ਦੇ ਹੋਣ ਨਾਲ ਕੋਈ ਪਿਤਾ ਨਹੀਂ ਬਣ ਜਾਂਦਾ। ਉੱਥੇ ਕੌਣ ਹੋਣਾ ਚਾਹੀਦਾ ਹੈ? ਉਹਨਾਂ ਦੀਆਂ ਸੰਤਾਨਾਂ ਹੋਣੀਆਂ ਚਾਹੀਦੀਆਂ ਹਨ। ਆਓ ਅਸੀਂ 2 ਕੁਰਿੰਥੀਆਂ ਦੀ ਕਿਤਾਬ ਅਧਿਆਇ 6 ਉੱਤੇ ਇੱਕ ਨਜ਼ਰ ਪਾਈਏ। 2 ਕੁਰਿੰਥੀਆਂ ਅਧਿਆਇ 6 ਵਚਨ 17। ਇਸ ਲਈ ਉਹਨਾਂ ਵਿੱਚੋਂ ਨਿਕਲ ਆਓ ਅਤੇ ਅੱਡ ਹੋਵੋ, ਪ੍ਰਭ ਆਖਦਾ ਹੈ, ਅਤੇ ਕਿਸੇ ਪਰਿਸ਼ਟ ਵਸਤ ਨੂੰ ਹੱਥ ਨਾ ਲਾਓ। ਮੈਂ ਤੁਹਾਨੂੰ ਕਬੂਲ ਕਰ ਲਵਾਂਗਾ। ਅਰ ਤੁਹਾਡਾ ਪਰਮੇਸ਼ਵਰ ਸਾਡੇ ਲਈ ਕੌਣ ਹੋਣਗੇ? ਪਿਤਾ ਹੋਵਾਂਗਾ ਅਤੇ ਅਸੀਂ ਪਰਮੇਸ਼ਵਰ ਲਈ ਕੌਣ ਹੋਵਾਂਗੇ? ਮੇਰੇ ਪੁੱਤਰ ਧੀਆਂ ਹੋਵੋਗੇ। ਉਹ ਕੌਣ ਹੈ ਜਿਨ੍ਹਾਂ ਨੇ ਇਹ ਵਚਨ ਕਹੇ? ਆਓ ਪੜ੍ਹਨਾ ਜਾਰੀ ਰੱਖੀਏ। ਇਹ ਸ਼ਬਦ ਕਿਸਨੇ ਕਹੇ? ਇਹ ਬਚਨ ਸਰਬ ਸ਼ਕਤੀਮਾਨ ਪ੍ਰਭ ਦਾ ਹੈ। ਪਰਮੇਸ਼ਵਰ ਨੇ ਘੋਸ਼ਣਾ ਕੀਤੀ, ਮੈਂ ਤੁਹਾਡਾ ਪਿਤਾ ਹੋਵਾਂਗਾ ਅਤੇ ਤੁਸੀਂ ਮੇਰੇ ਪੁੱਤਰ ਅਤੇ ਧੀਆਂ ਹੋਵੋਗੇ। ਦੂਜੇ ਸ਼ਬਦਾਂ ਵਿੱਚ ਤੁਸੀਂ ਮੇਰੀ ਸੰਤਾਨ ਹੋਵੋਗੇ। ਇਹ ਸ਼ਬਦ ਕਿਸੇ ਦੇ ਨਹੀਂ ਹਨ, ਪਰ ਬਾਈਬਲ ਵਿੱਚ ਦਰਜ ਪਰਮੇਸ਼ਵਰ ਦੇ ਵਚਨ ਹਨ। ਜਿਸ ਤਰ੍ਹਾਂ ਇਸ ਧਰਤੀ ਤੇ ਇੱਕ ਪਿਤਾ, ਪੁੱਤਰ ਅਤੇ ਧੀਆਂ ਦੀ ਮੌਜੂਦਗੀ ਹੈ, ਉਸੇ ਤਰ੍ਹਾਂ ਸਵਰਗ ਵਿੱਚ ਪਿਤਾ ਪਰਮੇਸ਼ਵਰ ਅਤੇ ਉਹਨਾਂ ਦੇ ਪੁੱਤਰ ਅਤੇ ਧੀਆਂ ਹਨ। ਇਹ ਅੰਤ ਨਹੀਂ ਹੈ। ਪਰਿਵਾਰ ਦੇ ਮੈਂਬਰਾਂ ਵਿੱਚ ਕੀ ਕੋਈ ਮਾਤਾ ਨਹੀਂ ਹੁੰਦੀ? ਫਿਰ ਕੀ ਆਤਮਿਕ ਦੁਨੀਆ ਵਿੱਚ ਵੀ ਕੋਈ ਨਹੀਂ ਹੋਣਾ ਚਾਹੀਦਾ? ਸਿਰਫ ਤਾਂ ਹੀ ਇਹ ਕਹਿਣਾ ਇਕਸਾਰ ਹੋਵੇਗਾ ਕਿ ਸੰਸਾਰਿਕ ਚੀਜ਼ਾਂ ਜੋ ਕੁਝ ਸਵਰਗ ਵਿੱਚ ਹਨ ਉਸ ਦੀ ਨਕਲ ਅਤੇ ਪਰਛਾਵਾਂ ਹਨ। ਆਓ ਅਸੀਂ ਗਲਾਤੀਆਂ ਅਧਿਆਇ 4 ਵਚਨ 26 ਉੱਤੇ ਇੱਕ ਨਜ਼ਰ ਪਾਈਏ। ਪਰ ਯਰੂਸ਼ਲਮ ਜੋ ਉਤਾਹਾਂ ਹੈ, ਇੱਥੇ ਉਤਾਹਾਂ ਸਵਰਗ ਨੂੰ ਸੰਕੇਤ ਕਰਦਾ ਹੈ। ਇਸ ਲਈ ਯਰੂਸ਼ਲਮ ਜੋ ਸਵਰਗ ਵਿੱਚ ਹੈ ਉਹ ਆਜ਼ਾਦ ਹੈ। ਉਹ ਕੌਣ ਹੈ? ਉਹ ਸਾਡੀ ਮਾਤਾ ਹੈ। ਇਹ ਮਾਤਾ ਸਾਡੀ ਸਰੀਰਕ ਮਾਤਾ ਨੂੰ ਸੰਕੇਤ ਨਹੀਂ ਕਰਦੀ। ਇਸ ਦੀ ਬਜਾਏ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਯਰੂਸ਼ਲਮ ਜੋ ਸਵਰਗ ਵਿੱਚ ਹੈ ਉਹ ਆਜ਼ਾਦ ਹੈ ਅਤੇ ਉਹ ਸਾਡੀ ਮਾਤਾ ਹੈ। ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਆਤਮਿਕ ਪਿਤਾ, ਆਤਮਿਕ ਪੁੱਤਰ ਅਤੇ ਧੀਆਂ ਅਤੇ ਆਤਮਿਕ ਮਾਤਾ ਵੀ ਹੈ ਜੋ ਸਾਨੂੰ ਆਤਮਿਕ ਜੀਵਨ ਪ੍ਰਦਾਨ ਕਰਦੀ ਹੈ।
ਪਰਮੇਸ਼ਵਰ ਸਾਨੂੰ ਸਿਖਾਉਂਦੇ ਹਨ ਕਿ ਜਿਵੇਂ ਇਸ ਧਰਤੀ ਉੱਤੇ ਇੱਕ ਸਰੀਰਕ ਪਰਿਵਾਰ ਹੈ, ਉਸੇ ਤਰ੍ਹਾਂ ਸਵਰਗ ਵਿੱਚ ਇੱਕ ਆਤਮਿਕ ਪਰਿਵਾਰ ਹੈ। ਪਰਿਵਾਰ ਦੇ ਮੈਂਬਰਾਂ ਵਿੱਚ ਕੀ ਸਾਂਝਾ ਹੁੰਦਾ ਹੈ? ਉਹ ਇੱਕੋ ਲਹੂ ਸਾਂਝਾ ਕਰਦੇ ਹਨ। ਇਸ ਲਈ ਪਰਿਵਾਰ ਪ੍ਰਣਾਲੀ ਵਿੱਚ ਅਸੀਂ ਲਹੂ ਦੀ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ। ਜਿਵੇਂ ਕਿ ਕਿਹਾ ਜਾਂਦਾ ਹੈ, ਲਹੂ ਪਾਣੀ ਨਾਲੋਂ ਗਾੜਾ ਹੁੰਦਾ ਹੈ, ਇਸ ਲਈ ਭਾਵੇਂ ਭੈਣ ਭਰਾ ਝਗੜਦੇ ਹਨ, ਪਰ ਥੋੜੇ ਸਮੇਂ ਬਾਅਦ ਉਹ ਇੱਕ ਦੂਜੇ ਨਾਲ ਗੱਲ ਕਰਦੇ ਹਨ, ਭੋਜਨ ਕਰਦੇ ਹਨ ਅਤੇ ਮੁਸਕਰਾਉਂਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਉਹ ਪਰਿਵਾਰ ਹਨ। ਦੂਜੇ ਪਾਸੇ, ਜੇ ਉਹਨਾਂ ਲੋਕਾਂ ਵਿਚਕਾਰ ਝਗੜਾ ਹੁੰਦਾ ਹੈ ਜੋ ਲਹੂ ਨਾਲ ਸੰਬੰਧਿਤ ਨਹੀਂ ਹਨ, ਤਾਂ ਇਸ ਨੂੰ ਹੱਲ ਕਰਨਾ ਥੋੜਾ ਮੁਸ਼ਕਿਲ ਹੈ। ਇਹ ਉਹਨਾਂ ਲੋਕਾਂ ਦਾ ਮਾਮਲਾ ਹੈ ਜੋ ਲਹੂ ਨਾਲ ਸੰਬੰਧਿਤ ਨਹੀਂ ਹਨ। ਫਿਰ ਆਤਮਿਕ ਪਰਿਵਾਰ ਬਾਰੇ ਕੀ? ਉਹ ਆਤਮਿਕ ਤੌਰ ਤੇ ਲਹੂ ਨਾਲ ਸੰਬੰਧਿਤ ਹੁੰਦੇ ਹਨ। ਪਰਮੇਸ਼ਵਰ ਨੇ ਸੱਚਾਈ ਦਾ ਕਿਹੜਾ ਨਿਯਮ ਸਥਾਪਿਤ ਕੀਤਾ ਤਾਂ ਜੋ ਅਸੀਂ ਇਸ ਨੂੰ ਨਾ ਭੁੱਲੀਏ? ਪਸਾਹ। ਇਸ ਲਈ ਪਸਾਹ ਦੀ ਸੱਚਾਈ ਸਿਰਫ ਲਹੂ ਨਾਲ ਸਥਾਪਿਤ ਕੀਤੀ ਜਾ ਸਕਦੀ ਹੈ। ਪੁਰਾਣੇ ਨੇਮ ਤੋਂ ਲੈ ਕੇ ਨਵੇਂ ਨੇਮ ਤੱਕ ਬਾਈਬਲ ਨੇ ਇਸ ਮਾਮਲੇ ਬਾਰੇ ਵਚਨਾਂ ਨਾਲ ਗਵਾਹੀ ਦਿੱਤੀ ਹੈ, ਜਿਵੇਂ ਕਿ ਲਹੂ ਵਹਾਏ ਬਿਨਾਂ ਪਾਪਾਂ ਦੀ ਮਾਫੀ ਨਹੀਂ। ਸਭ ਵਸਤਾਂ ਲਹੂ ਨਾਲ ਸ਼ੁੱਧ ਕੀਤੀਆਂ ਜਾਂਦੀਆਂ ਹਨ। ਲਹੂ ਦੇ ਕਾਰਨ ਨੇੜੇ ਹੋ ਗਏ ਹੋ। ਪਰਮੇਸ਼ਵਰ ਨੇ ਕਈ ਜਾਨਵਰਾਂ ਦੀ ਬਲੀ ਚੜਾਉਣ ਦੀ ਇਜਾਜ਼ਤ ਦਿੱਤੀ ਅਤੇ ਲਹੂ ਵਹਾਉਣ ਨੂੰ ਛੁਟਕਾਰੇ ਨਾਲ ਜੋੜਿਆ। ਇਸ ਲਈ ਪਰਮੇਸ਼ਵਰ ਸਵਰਗ ਦੇ ਲੋਕਾਂ ਨੂੰ ਕਹਿੰਦੇ ਹਨ, ਜੋ ਕੋਈ ਪਾਪਾਂ ਦੀ ਮਾਫੀ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਨੂੰ ਨਵੇਂ ਨੇਮ ਪਸਾਹ ਵੱਲ ਵਾਪਸ ਜਾਣਾ ਚਾਹੀਦਾ ਹੈ। ਇਸ ਤਰ੍ਹਾਂ ਪਸਾਹ ਸਿਰਫ ਪਰਮੇਸ਼ਵਰ ਦੇ ਪਰਿਵਾਰ ਦੁਆਰਾ ਮਨਾਇਆ ਜਾ ਸਕਦਾ ਹੈ। ਭਾਵੇਂ ਉਹ ਬਾਈਬਲ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹਨ, ਪਰ ਉਹ ਮਹਿਸੂਸ ਕਰਦੇ ਹਨ ਕਿ ਪਸਾਹ ਬਾਈਬਲ ਵਿੱਚ ਪਰਮੇਸ਼ਵਰ ਦਾ ਵਚਨ ਹੈ। ਮੇਰਾ ਮੰਨਣਾ ਹੈ ਕਿ ਜੋ ਲੋਕ ਅੱਜ ਇੱਥੇ ਹਨ, ਉਹਨਾਂ ਨੂੰ ਅਜਿਹੀਆਂ ਅੱਖਾਂ ਮਿਲੀਆਂ ਹਨ ਜੋ ਦੇਖ ਸਕਦੀਆਂ ਹਨ, ਅਜਿਹੇ ਕੰਨ ਜੋ ਸੁਣ ਸਕਦੇ ਹਨ ਅਤੇ ਅਜਿਹਾ ਮਨ ਜੋ ਸਮਝ ਸਕਦਾ ਹੈ। ਇਸ ਲਈ ਸਾਡੇ ਵਿੱਚੋਂ ਕਿਸੇ ਨੂੰ ਵੀ ਇਸ ਸ਼ਾਨਦਾਰ ਮਾਰਗ ਨੂੰ ਨਹੀਂ ਗੁਆਉਣਾ ਚਾਹੀਦਾ। ਸਾਨੂੰ ਸਾਰਿਆਂ ਨੂੰ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਹੈ। ਫਿਰ ਆਓ ਅਸੀਂ ਯੂਹੰਨਾ ਅਧਿਆਇ 6 ਉੱਤੇ ਜਾ ਕੇ ਦੇਖੀਏ ਕਿ ਪਸਾਹ ਨਾਲ ਆਤਮਿਕ ਲਹੂ ਦਾ ਰਿਸ਼ਤਾ ਕਿਵੇਂ ਸਥਾਪਿਤ ਕੀਤਾ ਜਾ ਸਕਦਾ ਹੈ। ਯੂਹੰਨਾ ਅਧਿਆਇ 6 ਵਚਨ 53। ਆਓ ਅਸੀਂ ਵਚਨ 53 ਵੇਖੀਏ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਂਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜੀਵਨ ਨਹੀਂ ਹੈ। ਜਦੋਂ ਕਿਸੇ ਵਿੱਚ ਜੀਵਨ ਨਹੀਂ ਹੁੰਦਾ ਹੈ ਤਾਂ ਕੀ ਇਸ ਦਾ ਮਤਲਬ ਇਹ ਨਹੀਂ ਕਿ ਉਹ ਮਰ ਗਿਆ ਹੈ? ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਜਿਨ੍ਹਾਂ ਕੋਲ ਮਸੀਹ ਦਾ ਮਾਂਸ ਅਤੇ ਉਸ ਦਾ ਲਹੂ ਨਹੀਂ ਹੈ, ਉਹ ਮਰੇ ਹੋਏ ਹਨ। ਵਚਨ 54। ਜੋ ਕੋਈ ਮੇਰਾ ਮਾਂਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਉਹਨਾਂ ਕੋਲ ਕੀ ਹੈ? ਸਦੀਪਕ ਜੀਵਨ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਜੋ ਕੋਈ ਮਸੀਹ ਦਾ ਮਾਂਸ ਖਾਂਦਾ ਹੈ ਅਤੇ ਉਹਨਾਂ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸਦਾ ਹੈ। ਯਿਸੂ ਇਸ ਸੱਚਾਈ ਨੂੰ ਬਾਈਬਲ ਰਾਹੀਂ ਪ੍ਰਗਟ ਕਰਦੇ ਹਨ, ਜੋ ਇੱਕ ਆਤਮਿਕ ਮਾਈਕਰੋਸਕੋਪ ਹੈ। ਸਾਨੂੰ ਇਸ ਸੱਚਾਈ ਨੂੰ ਉਸੇ ਤਰ੍ਹਾਂ ਸਵੀਕਾਰ ਕਰਨਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ ਜਿਵੇਂ ਕਿ ਇਹ ਹੈ। ਮਾਈਕਰੋਸਕੋਪ ਦੁਆਰਾ ਦੇਖੇ ਜਾਣ ਵਾਲੀ ਵਸਤੂ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ। ਹਾਲਾਂਕਿ ਕੁਝ ਲੋਕ ਕਹਿੰਦੇ ਹਨ, ਬਾਈਬਲ ਸਿਰਫ ਈਸਾਈਆਂ ਲਈ ਹੈ। ਇਹ ਸਾਡੇ ਲਈ ਸਹੀ ਨਹੀਂ ਹੈ। ਜਿੱਥੋਂ ਤੱਕ ਅਜਿਹੇ ਲੋਕਾਂ ਦੀ ਗੱਲ ਹੈ, ਭਾਵੇਂ ਪਰਮੇਸ਼ਵਰ ਉਹਨਾਂ ਉੱਤੇ ਸੱਚਾਈ ਪ੍ਰਗਟ ਕਰ ਦੇਣ, ਫਿਰ ਵੀ ਉਹ ਦੋ ਦੇਖਦੇ ਹਨ, ਉਸ ਨੂੰ ਸਮਝ ਨਹੀਂ ਪਾਉਂਦੇ ਹਨ। ਆਖਰਕਾਰ, ਭਾਵੇਂ ਉਹ ਦੇਖਦੇ ਹਨ ਤਾਂ ਵੀ ਉਹ ਇਸ ਨੂੰ ਸਵੀਕਾਰ ਨਹੀਂ ਕਰਦੇ। ਕਿਉਂ? ਅਜਿਹਾ ਇਸ ਲਈ ਹੈ ਕਿਉਂਕਿ ਉਹ ਆਤਮਿਕ ਤੌਰ ਤੇ ਮਰੇ ਹੋਏ ਹਨ। ਇਸ ਤਰ੍ਹਾਂ ਭਾਵੇਂ ਉਹ ਸੱਚਾਈ ਸੁਣਦੇ ਹਨ, ਪਰ ਉਹ ਇਸ ਤੋਂ ਇਨਕਾਰ ਕਰਦੇ ਹਨ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਆਤਮਿਕ ਤੌਰ ਤੇ ਮਰੇ ਹੋਏ ਹਨ। ਫਿਰ ਵੀ ਜਿਹੜੇ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦੇ ਹਨ ਅਤੇ ਉਹਨਾਂ ਦਾ ਲਹੂ ਪੀਂਦੇ ਹਨ, ਉਹ ਇਸ ਸੱਚਾਈ ਨੂੰ ਸਮਝ ਸਕਦੇ ਹਨ ਅਤੇ ਵਿਸ਼ਵਾਸ ਕਰ ਸਕਦੇ ਹਨ। ਬਾਈਬਲ ਸਾਨੂੰ ਦੱਸਦੀ ਹੈ ਕਿ ਇਹ ਇਸ ਲਈ ਹੈ ਕਿਉਂਕਿ ਉਹ ਪਰਮੇਸ਼ਵਰ ਦੀ ਸੰਤਾਨ ਹਨ। ਆਓ ਅਸੀਂ ਵਚਨ 55 ਉੱਤੇ ਜਾਈਏ। ਵਚਨ 55 ਵਿੱਚ ਯਿਸੂ ਨੇ ਕਿਹਾ,
ਕਿਉਂਕਿ ਮੇਰਾ ਮਾਸ ਸੱਚਮੁੱਚ ਖਾਣ ਦੀ ਅਤੇ ਮੇਰਾ ਲਹੂ ਸੱਚਮੁੱਚ ਪੀਣ ਦੀ ਵਸਤੂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਸੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ। ਜਿਸ ਤਰ੍ਹਾਂ ਜਿਉਂਦੇ ਪਿਤਾ ਨੇ ਮੈਨੂੰ ਭੇਜਿਆ ਅਤੇ ਮੈਂ ਪਿਤਾ ਦੇ ਕਾਰਨ ਜਿਉਂਦਾ ਹਾਂ, ਉਸੇ ਤਰ੍ਹਾਂ ਜਿਹੜਾ ਮੈਨੂੰ ਖਾਂਦਾ ਹੈ ਸੋ ਮੇਰੇ ਕਾਰਨ ਕੀ ਜੀਏਗਾ। ਜੋ ਲੋਕ ਕੋਮਾ ਵਿੱਚ ਹਨ ਜਾਂ ਮਰ ਚੁੱਕੇ ਹਨ ਉਹ ਸੁੰਦਰ ਸੰਗੀਤ ਦੀ ਕਦਰ ਨਹੀਂ ਕਰ ਸਕਦੇ ਅਤੇ ਨਾ ਹੀ ਉਹ ਸ਼ਾਨਦਾਰ ਦ੍ਰਿਸ਼ਾਂ ਦੇ ਪੂਰਕ ਹੋ ਸਕਦੇ ਹਨ। ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹ ਮਰ ਚੁੱਕੇ ਹਨ। ਬੇਜਾਨ ਅਵਸਥਾ ਵਿੱਚ ਉਹ ਕੁਝ ਵੀ ਨਹੀਂ ਦੇਖ ਸਕਦੇ। ਸਾਡੇ ਕੋਲ ਜੀਵਨ ਹੋਣਾ ਚਾਹੀਦਾ ਹੈ। ਫਿਰ ਸਾਡੇ ਕੋਲ ਜੀਵਨ ਕਿਵੇਂ ਹੋ ਸਕਦਾ ਹੈ? ਸਾਨੂੰ ਮਨੁੱਖ ਦੇ ਪੁੱਤਰ ਦਾ ਮਾਸ ਖਾਣਾ ਚਾਹੀਦਾ ਹੈ ਅਤੇ ਉਸ ਦਾ ਲਹੂ ਪੀਣਾ ਚਾਹੀਦਾ ਹੈ। ਜਦੋਂ ਮਸੀਹ ਦਾ ਮਾਸ ਅਤੇ ਲਹੂ ਸਾਡੇ ਅੰਦਰ ਮੌਜੂਦ ਹੁੰਦਾ ਹੈ ਤਾਂ ਅਸੀਂ ਪਰਮੇਸ਼ਵਰ ਤੋਂ ਇਹ ਸਿਰਲੇਖ ਪ੍ਰਾਪਤ ਕਰਦੇ ਹਾਂ। ਇਹ ਕਿਹੜਾ ਸਿਰਲੇਖ ਹੈ? ਅਸੀਂ ਪਰਮੇਸ਼ਵਰ ਤੋਂ ਮੇਰੀ ਸੰਤਾਨ ਦਾ ਸਿਰਲੇਖ ਪ੍ਰਾਪਤ ਕਰਦੇ ਹਾਂ। ਦੂਜੇ ਸ਼ਬਦਾਂ ਵਿੱਚ ਅਸੀਂ ਆਪਣੇ ਆਤਮਿਕ ਮਾਤਾ ਪਿਤਾ ਪਰਮੇਸ਼ਵਰ ਦੇ ਮਾਸ ਅਤੇ ਲਹੂ ਨੂੰ ਪ੍ਰਾਪਤ ਕਰਦੇ ਹਾਂ। ਪਰਮੇਸ਼ਵਰ ਕੌਣ ਹਨ? ਕੀ ਉਹ ਬ੍ਰਹਿਮੰਡ ਉੱਤੇ ਰਾਜ ਕਰਨ ਵਾਲੇ ਰਾਜਿਆਂ ਦਾ ਰਾਜਾ ਅਤੇ ਪ੍ਰਭੂਆਂ ਦਾ ਪ੍ਰਭੂ ਨਹੀਂ ਹੈ? ਕੀ ਉਹ ਸਿਰਜਣਹਾਰ ਨਹੀਂ ਹੈ ਜਿਨ੍ਹਾਂ ਨੇ ਆਪਣੇ ਵਚਨ ਨਾਲ ਸਭ ਕੁਝ ਬਣਾਇਆ ਹੈ? ਕੀ ਉਹ ਉਹੀ ਨਹੀਂ ਹੈ ਜਿਨ੍ਹਾਂ ਨੇ ਆਪਣੇ ਵਚਨ ਨਾਲ ਲਾਲ ਸਮੁੰਦਰ ਨੂੰ ਵੰਡਿਆ ਅਤੇ 40 ਸਾਲਾਂ ਤੱਕ ਮਨ ਬਰਸਾਇਆ? ਅਸੀਂ ਸਰਬਸ਼ਕਤੀਮਾਨ ਪਰਮੇਸ਼ਵਰ ਦੇ ਪੁੱਤਰ ਅਤੇ ਧੀਆਂ ਹਾਂ। ਸਾਡੇ ਕੰਮ ਦੇ ਸਥਾਨਾਂ ਤੇ ਆਪਣੇ ਮਾਲਕਾਂ ਦੇ ਆਦੇਸ਼ਾਂ ਦੀ ਪਾਲਣ ਕਰਦੇ ਹੋਏ ਇਸ ਧਰਤੀ ਤੇ ਸਾਡੀ ਸਥਿਤੀ ਮਾਮੂਲੀ ਲੱਗ ਸਕਦੀ ਹੈ। ਹਾਲਾਂਕਿ ਇਹ ਸਾਡੀ ਅਸਲੀ ਪਹਿਚਾਣ ਨਹੀਂ ਹੈ। ਹੁਣ ਅਸੀਂ ਇਸ ਪਾਪੀ ਦੁਨੀਆ ਵਿੱਚ ਪਰਦੇਸ਼ੀਆਂ ਦੇ ਰੂਪ ਵਿੱਚ ਰਹਿੰਦੇ ਹੋਏ ਇਸ ਤਰ੍ਹਾਂ ਰਹਿ ਰਹੇ ਹਾਂ। ਹਾਲਾਂਕਿ ਜਦੋਂ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰਾਂ ਦੇ ਰੂਪ ਵਿੱਚ ਸਾਡਾ ਸੁਭਾਅ ਪ੍ਰਗਟ ਹੋਵੇਗਾ ਤਾਂ ਕੀ ਹੋਵੇਗਾ? ਸਾਨੂੰ ਪ੍ਰਸ਼ੰਸਾ ਅਤੇ ਸਨਮਾਨ ਦਿੱਤਾ ਜਾਵੇਗਾ ਅਤੇ ਅਸੀਂ ਸਾਰੀਆਂ ਕੌਮਾਂ ਦਾ ਸਿਰ ਹੋਵਾਂਗੇ, ਪੂਛ ਨਹੀਂ। ਪਰਮੇਸ਼ਵਰ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਹੈ। ਅੱਜ ਅਸੀਂ ਪਰਮੇਸ਼ਵਰ ਦੇ ਮਾਸ ਅਤੇ ਲਹੂ ਨੂੰ ਵਿਰਾਸਤ ਵਿੱਚ ਲੈਂਦੇ ਹਾਂ ਅਤੇ ਉਹਨਾਂ ਦੀ ਸੰਤਾਨ ਬਣਦੇ ਹਾਂ। ਇਸ ਨੂੰ ਪੂਰਾ ਕਰਨ ਲਈ ਪਰਮੇਸ਼ਵਰ ਨੇ ਸਾਨੂੰ ਪਸਾਹ ਦੀ ਇਜਾਜ਼ਤ ਦਿੱਤੀ ਜਿਸ ਰਾਹੀਂ ਅਸੀਂ ਮਨੁੱਖ ਦੇ ਪੁੱਤਰ ਦਾ ਮਾਸ ਖਾ ਸਕਦੇ ਹਾਂ ਅਤੇ ਉਹਨਾਂ ਦਾ ਲਹੂ ਪੀ ਸਕਦੇ ਹਾਂ। ਇਹ ਪਸਾਹ ਸਵਰਗੀ ਪਰਿਵਾਰ ਲਈ ਬਹੁਤ ਮਹੱਤਵਪੂਰਨ ਹੈ। ਆਓ ਅਸੀਂ ਮੱਤੀ ਅਧਿਆਇ 26 ਵਚਨ 17 ਉੱਤੇ ਇੱਕ ਨਜ਼ਰ ਮਾਰੀਏ। ਮੱਤੀ ਅਧਿਆਇ 26 ਵਚਨ 17 ਵਿੱਚ ਇਹ ਲਿਖਿਆ ਹੈ। ਪਤੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ ਭਈ ਗੁਰੂ ਆਖਦਾ ਹੈ, ਮੇਰਾ ਵੇਲਾ ਨੇੜੇ ਆ ਗਿਆ। ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਪਸਾਹ ਦਾ ਤਿਉਹਾਰ ਕਰਾਂਗਾ। ਚੇਲਿਆਂ ਨੇ ਜਿਸ ਤਰ੍ਹਾਂ ਯਿਸੂ ਨੇ ਉਹਨਾਂ ਨੂੰ ਹੁਕਮ ਦਿੱਤਾ ਸੀ ਉਸੇ ਤਰ੍ਹਾਂ ਕੀਤਾ ਅਤੇ ਪਸਾਹ ਤਿਆਰ ਕੀਤਾ। ਇਸ ਸਮੇਂ ਤੱਕ ਯਹੂਦੀਆਂ ਨੇ ਲੇਲੇ ਅਤੇ ਬੱਕਰੀਆਂ ਨੂੰ ਕੱਟ ਕੇ ਪਸਾਹ ਮਨਾਇਆ ਸੀ, ਪਰ ਯਿਸੂ ਨੇ ਪਸਾਹ ਲਈ ਰੋਟੀ ਅਤੇ ਦਾਖਰਸ ਤਿਆਰ ਕੀਤਾ। ਆਓ ਅਸੀਂ ਵਚਨ 26 ਉੱਤੇ ਜਾਈਏ। ਵਚਨ 26। ਜਦ ਉਹ ਖਾ ਰਹੇ ਸਨ ਤਦ ਉਹਨੇ ਕੀ ਲਈ? ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਹਨਾਂ ਨੂੰ ਦੇ ਕੇ ਆਖਿਆ, ਲਓ ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਕਿਸ ਦਾ ਲਹੂ ਹੈ? ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਪਸਾਹ ਦੀ ਰੋਟੀ ਮਸੀਹ ਦੇ ਸਰੀਰ ਨੂੰ ਦਰਸਾਉਂਦੀ ਹੈ ਅਤੇ ਪਸਾਹ ਦਾ ਦਾਖਰਸ ਉਸ ਲਹੂ ਨੂੰ ਦਰਸਾਉਂਦਾ ਹੈ ਜਿਸ ਨੂੰ ਮਸੀਹ ਨੇ ਸਲੀਬ ਉੱਤੇ ਵਹਾਇਆ ਸੀ। ਉਸਨੇ ਕਿਹਾ, ਇਹ ਨੇਮ ਦਾ ਮੇਰਾ ਲਹੂ ਹੈ ਜੋ ਬਹੁਤਿਆਂ ਲਈ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਉਹਨਾਂ ਨੇ ਉਹਨਾਂ ਲੋਕਾਂ ਬਾਰੇ ਕੀ ਕਿਹਾ ਜੋ ਉਹਨਾਂ ਦੇ ਮਾਸ ਅਤੇ ਲਹੂ ਵਿੱਚ ਸਾਂਝੇ ਨਹੀਂ ਹੁੰਦੇ? ਉਹਨਾਂ ਵਿੱਚ ਜੀਵਨ ਨਹੀਂ ਹੈ। ਉਹਨਾਂ ਨੂੰ ਮਰਿਆ ਹੋਇਆ ਮੰਨਿਆ ਜਾਂਦਾ ਹੈ। ਜੋ ਲੋਕ ਇਸ ਵਿੱਚ ਭਾਗ ਲੈਂਦੇ ਹਨ ਉਹਨਾਂ ਨੂੰ ਸਦੀਪਕ ਜੀਵਨ ਮਿਲਦਾ ਹੈ। ਅੱਜ ਅਸੀਂ ਇਸ ਸਿੱਖਿਆ ਅਨੁਸਾਰ ਪਸਾਹ ਦੀ ਰੋਟੀ ਖਾਵਾਂਗੇ ਅਤੇ ਪਸਾਹ ਦਾ ਦਾਖਰਸ ਪੀਵਾਂਗੇ।
ਇਹ ਸਮਾਰੋਹ ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕਰਦੇ ਹੋਏ ਆਯੋਜਿਤ ਕੀਤਾ ਜਾਵੇਗਾ। ਜਿਨ੍ਹਾਂ ਕੋਲ ਮਸੀਹ ਦਾ ਮਾਂਸ ਅਤੇ ਲਹੂ ਹੈ ਉਹ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰ ਹਨ। ਇਸ ਦੁਆਰਾ ਪਰਮੇਸ਼ਵਰ ਆਪਣੀਆਂ ਸੰਤਾਨਾਂ ਵਿੱਚ ਭੇਦ ਕਰਦੇ ਹਨ ਜੋ ਪਾਪਾਂ ਦੀ ਮਾਫੀ ਪ੍ਰਾਪਤ ਕਰਨਗੇ। ਇਸ ਕਰਕੇ ਪਰਮੇਸ਼ਵਰ ਨੇ ਪਸਾਹ ਦੇ ਦਾਖਰਸ ਵਿੱਚ ਕੀ ਅਰਥ ਰੱਖਿਆ? ਪਰਮੇਸ਼ਵਰ ਨੇ ਸਾਨੂੰ ਆਪਣੇ ਲਹੂ ਬਾਰੇ ਕੀ ਸਿਖਾਇਆ? ਉਹਨਾਂ ਨੇ ਕਿਹਾ, ਇਹ ਮੇਰਾ ਲਹੂ ਹੈ ਜੋ ਬਹੁਤਿਆਂ ਲਈ ਪਾਪਾਂ ਦੀ ਮਾਫੀ ਲਈ ਵਹਾਇਆ ਜਾਂਦਾ ਹੈ। ਇਹ ਬਹੁਤ ਮਹੱਤਵਪੂਰਨ ਹੈ। ਉਹਨਾਂ ਲੋਕਾਂ ਦਾ ਕੀ ਹੋਵੇਗਾ ਜਿਨ੍ਹਾਂ ਕੋਲ ਮਸੀਹ ਦਾ ਲਹੂ ਨਹੀਂ ਹੈ? ਉਹ ਕਦੇ ਵੀ ਸਵਰਗੀ ਪਰਿਵਾਰ ਦਾ ਹਿੱਸਾ ਨਹੀਂ ਹੋ ਸਕਦੇ। ਉਹ ਪਰਮੇਸ਼ਵਰ ਦੀ ਸੰਤਾਨ ਨਹੀਂ ਬਣ ਸਕਦੇ, ਨਾ ਹੀ ਉਹ ਪਰਮੇਸ਼ਵਰ ਨੂੰ ਆਪਣਾ ਪਿਤਾ ਕਹਿ ਸਕਦੇ ਹਨ। ਜਿਹੜੇ ਲੋਕ ਅੱਜ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਨ, ਉਹਨਾਂ ਨੂੰ ਵਿਸ਼ਵਾਸ ਹੈ ਕਿ ਪਰਮੇਸ਼ਵਰ ਉਹਨਾਂ ਦਾ ਪਿਤਾ ਹੈ। ਇਹ ਸੱਚ ਹੈ। ਆਓ ਅਸੀਂ ਲੂਕਾ ਅਧਿਆਇ 22 ਉੱਤੇ ਜਾ ਕੇ ਇਸ ਦੀ ਪੁਸ਼ਟੀ ਕਰੀਏ। ਆਓ ਅਸੀਂ ਲੂਕਾ ਅਧਿਆਇ 22 ਵਚਨ 7 ਉੱਤੇ ਇੱਕ ਨਜ਼ਰ ਪਾਈਏ। ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ, ਅਤੇ ਉਸਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ, ਪਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਅਸੀਂ ਖਾਈਏ। ਆਓ ਅਸੀਂ ਵਚਨ 13 ਉੱਤੇ ਜਾਈਏ। ਸੋ ਉਹਨਾਂ ਜਾ ਕੇ ਜਿਹੋ ਜਿਹਾ ਉਸਨੇ ਉਹਨਾਂ ਨੂੰ ਦੱਸਿਆ ਸੀ ਤਿਹੋ ਜਿਹਾ ਡਿੱਠਾ ਅਤੇ ਪਸਾਹ ਤਿਆਰ ਕੀਤਾ। ਆਓ ਅਸੀਂ ਵਚਨ 14 ਵੇਖੀਏ। ਜਦ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ ਉਹਦੇ ਨਾਲ ਬੈਠੇ। ਉਸਨੇ ਉਹਨਾਂ ਨੂੰ ਕਿਹਾ ਕਿ ਉਹਨਾਂ ਨੇ ਪਸਾਹ ਬਾਰੇ ਕੀ ਮਹਿਸੂਸ ਕੀਤਾ। ਮੈਂ ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। ਪਸਾਹ ਕੀ ਹੈ ਜਿਸ ਨੂੰ ਮਨਾਉਣ ਦੀ ਯਿਸੂ ਨੂੰ ਵੱਡੀ ਇੱਛਾ ਸੀ? ਇਹ ਜਾਣਦੇ ਹੋਏ ਵੀ ਕਿ ਅਗਲੇ ਦਿਨ ਉਹਨਾਂ ਨੂੰ ਸਲੀਬ ਉੱਤੇ ਚੜਾਇਆ ਜਾਵੇਗਾ। ਬਾਈਬਲ ਵਿੱਚ ਰਿਕਾਰਡ ਹੈ ਕਿ ਉਹਨਾਂ ਨੇ ਗਤਸਮਨੀ ਵਿੱਚ ਉਤਸੁਕਤਾ ਨਾਲ ਪ੍ਰਾਰਥਨਾ ਕੀਤੀ ਅਤੇ ਉਹਨਾਂ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗ ਸੀ। ਇਹ ਜਾਣਦੇ ਹੋਇਆ ਕਿ ਉਹਨਾਂ ਦਾ ਦੁੱਖ ਦਾ ਸਮਾਂ ਨੇੜੇ ਸੀ, ਉਹਨਾਂ ਨੇ ਪਸਾਹ ਮਨਾਉਣ ਦੀ ਵੱਡੀ ਇੱਛਾ ਕਿਉਂ ਕੀਤੀ? ਸਧਾਰਨ ਰੂਪ ਵਿੱਚ ਕਹੀਏ ਤਾਂ ਇਸੇ ਕਰਕੇ ਕਿ ਅਸੀਂ ਲਿਟਮਸ ਟੈਸਟ ਦੀ ਵਰਤੋਂ ਕਰਦੇ ਹਾਂ। ਪਸਾਹ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਉਹਨਾਂ ਲੋਕਾਂ ਤੋਂ ਵੱਖ ਕਰਦਾ ਹੈ ਜੋ ਪਰਮੇਸ਼ਵਰ ਦੀ ਸੰਤਾਨ ਨਹੀਂ ਹੈ। ਯਿਸੂ ਨੇ ਕਿਹਾ, ਜਿਹੜਾ ਮਨੁੱਖ ਦੇ ਪੁੱਤਰ ਦਾ ਮਾਂਸ ਖਾਂਦਾ ਹੈ ਅਤੇ ਉਸ ਦਾ ਲਹੂ ਪੀਂਦਾ ਹੈ, ਸਦੀਪਕ ਜੀਵਨ ਉਸੇ ਦਾ ਹੈ। ਜੋ ਉਸ ਦਾ ਮਾਂਸ ਨਹੀਂ ਖਾਂਦਾ ਅਤੇ ਉਸ ਦਾ ਲਹੂ ਨਹੀਂ ਪੀਂਦਾ, ਉਸ ਵਿੱਚ ਜੀਵਨ ਨਹੀਂ। ਯਿਸੂ ਨੇ ਸਾਨੂੰ ਸਿਖਾਇਆ ਕਿ ਉਹਨਾਂ ਵਿਚਕਾਰ ਕਿਵੇਂ ਫਰਕ ਕਰੀਏ, ਜੋ ਪਰਮੇਸ਼ਵਰ ਦੀ ਸੰਤਾਨ ਹੈ ਅਤੇ ਜੋ ਸੰਤਾਨ ਨਹੀਂ ਹੈ। ਆਓ ਅਸੀਂ ਅਧਿਆਇ 22 ਵਚਨ 19 ਉੱਤੇ ਜਾਈਏ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। ਮਸੀਹ ਨੇ ਸਾਨੂੰ ਆਪਣੇ ਮਾਂਸ ਦੇ ਰੂਪ ਵਿੱਚ ਪਸਾਹ ਦੀ ਰੋਟੀ ਦਿੱਤੀ। ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਇਹ ਕੀ ਹੈ? ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। ਜੇ ਨਵੇਂ ਨੇਮ ਦਾ ਪਸਾਹ ਪ੍ਰਗਟ ਨਹੀਂ ਹੁੰਦਾ ਤਾਂ ਅਸੀਂ ਸਵਰਗ ਵਿੱਚ ਪਰਮੇਸ਼ਵਰ ਦੀ ਸੰਤਾਨ ਦੇ ਰੂਪ ਵਿੱਚ ਆਪਣਾ ਅਹੁਦਾ ਗੁਆ ਦਿੰਦੇ। ਜੇ ਕੋਈ ਬੱਚਾ ਕੋਈ ਬੁਰਾ ਕੰਮ ਕਰਦਾ ਹੈ ਤਾਂ ਉਸਦੇ ਮਾਤਾ ਪਿਤਾ ਕਹਿ ਸਕਦੇ ਹਨ, ਮੈਂ ਤੁਹਾਡੇ ਨਾਲ ਸਾਰੇ ਰਿਸ਼ਤੇ ਤੋੜ ਦੇਵਾਂਗਾ। ਉਹ ਲਹੂ ਦੇ ਰਿਸ਼ਤੇ ਨੂੰ ਖਤਮ ਕਰਨ ਦੀ ਧਮਕੀ ਦਿੰਦੇ ਹਨ। ਇਹੀ ਸਾਡੇ ਹਾਲਾਤ ਸੀ। ਪਰ ਪਰਮੇਸ਼ਵਰ ਨੇ ਸਾਡੇ ਵਿਚਕਾਰ ਇਸ ਰਿਸ਼ਤੇ ਨੂੰ ਕਿਵੇਂ ਬਹਾਲ ਕੀਤਾ? ਉਹਨਾਂ ਨੇ ਪਸਾਹ ਦੀ ਰੋਟੀ ਅਤੇ ਦਾਖਰਸ ਰਾਹੀਂ ਇਸ ਨੂੰ ਬਹਾਲ ਕੀਤਾ। ਪਰਮੇਸ਼ਵਰ ਨੇ ਸੱਚਾਈ ਦਾ ਰਾਹ ਖੋਲ੍ਹਿਆ ਜਿਸ ਨੂੰ ਨਵਾਂ ਨੇਮ ਕਿਹਾ ਜਾਂਦਾ ਹੈ। ਦੁਨੀਆ ਦੇ ਬਹੁਤ ਸਾਰੇ ਲੋਕ ਇਹਨਾਂ ਸਿੱਖਿਆਵਾਂ ਨੂੰ ਬੇਹੂਦਾ ਸਮਝਦੇ ਹਨ। ਉਹ ਕਿਸੇ ਅਜਿਹੇ ਵਿਅਕਤੀ ਵਾਂਗ ਹਨ ਜੋ ਦਾਅਵਾ ਕਰਦਾ ਹੈ, ਅਮੀਬਾ ਅਤੇ ਬੈਕਟੀਰੀਆ ਸਿਰਫ ਮਾਈਕਰੋਸਕੋਪ ਰਾਹੀਂ ਦੇਖੇ ਜਾ ਸਕਦੇ ਹਨ। ਇਸ ਤਰ੍ਹਾਂ ਉਹ ਮੌਜੂਦ ਨਹੀਂ ਹਨ ਕਿਉਂਕਿ ਉਹ ਨੰਗੀਆਂ ਅੱਖਾਂ ਲਈ ਅਦਿੱਖ ਹਨ। ਉਹ ਗਲਤ ਫੈਸਲੇ ਲੈ ਰਹੇ ਹਨ। ਇਸੇ ਕਰਕੇ ਯਿਸੂ ਨੇ ਘੋਸ਼ਣਾ ਕੀਤੀ ਕਿ ਅਜਿਹੇ ਲੋਕ ਆਤਮਿਕ ਰੂਪ ਨਾਲ ਮਰੇ ਹੋਏ ਹਨ। ਉਹ ਸਹੀ ਢੰਗ ਨਾਲ ਕਿਉਂ ਨਹੀਂ ਪਹਿਚਾਣ ਸਕਦੇ? ਅਜਿਹਾ ਇਸ ਲਈ ਹੈ ਕਿਉਂਕਿ ਉਹ ਮਰੇ ਹੋਏ ਹਨ। ਜਿਉਂਦੇ ਲੋਕਾਂ ਬਾਰੇ ਕੀ? ਉਹ ਵਿਸ਼ਵਾਸ ਕਰਦੇ ਹਨ।
ਇਸ ਤਰ੍ਹਾਂ ਉਹ ਰੋਟੀ ਅਤੇ ਦਾਖਰਸ, ਪਸਾਹ ਅਤੇ ਨਵੇਂ ਨੇਮ ਨਾਲ ਕਿਵੇਂ ਵਿਵਹਾਰ ਕਰਦੇ ਹਨ? ਕੀ ਉਹ ਸਾਰੀਆਂ ਸੱਚਾਈਆਂ ਨੂੰ ਸਵੀਕਾਰ ਨਹੀਂ ਕਰਦੇ ਅਤੇ ਉਹਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ? ਪਸਾਹ ਦਾ ਪ੍ਰਭ ਸਾਨੂੰ ਪਰਮੇਸ਼ਵਰ ਨਾਲ ਦੁਬਾਰਾ ਜੋੜਦਾ ਹੈ। ਪਸਾਹ ਦੁਆਰਾ ਅਸੀਂ ਉਹਨਾਂ ਦੀ ਸੰਤਾਨ ਹੋਣ ਦੇ ਆਪਣੇ ਅਧਿਕਾਰ ਨੂੰ ਦੁਬਾਰਾ ਪ੍ਰਾਪਤ ਕਰਦੇ ਹਾਂ। ਇਸ ਨੂੰ ਪੂਰਾ ਕਰਨ ਲਈ ਕੀ ਮਸੀਹ ਪੁਰਾਣੇ ਨੇਮ ਵਿੱਚ 1500 ਸਾਲਾਂ ਦੌਰਾਨ ਜਗਵੇਦੀ ਉੱਤੇ ਕੀਤੇ ਗਏ ਪ੍ਰਾਸ਼ਚਿਤ ਦੇ ਬਲੀਦਾਨ ਦੀ ਅਸਲੀਅਤ ਨਹੀਂ ਬਣੇ? ਇਹਨਾਂ ਸਾਰੀਆਂ ਗੱਲਾਂ ਉੱਤੇ ਵਿਚਾਰ ਕਰਦੇ ਹੋਏ ਅਸੀਂ ਲਹੂ ਦੀ ਮਹੱਤਤਾ ਨੂੰ ਦੇਖ ਸਕਦੇ ਹਾਂ। ਇਸ ਕਰਕੇ ਜਿਨ੍ਹਾਂ ਕੋਲ ਪਰਮੇਸ਼ਵਰ ਦਾ ਮਾਂਸ ਅਤੇ ਲਹੂ ਹੈ, ਉਹ ਪਰਮੇਸ਼ਵਰ ਨੂੰ ਹੇ ਅੱਬਾ, ਹੇ ਪਿਤਾ ਕਹਿ ਸਕਦੇ ਹਨ। ਉਹਨਾਂ ਕੋਲ ਇਹ ਅਧਿਕਾਰ ਹੈ। ਆਓ ਅਸੀਂ 1 ਕੁਰਿੰਥੀਆਂ ਅਧਿਆਇ 10 ਵਚਨ 16 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 10 ਵਚਨ 16। ਉਹ ਬਰਕਤ ਦਾ ਪਿਆਲਾ ਜਿਹਦੇ ਉੱਤੇ ਅਸੀਂ ਬਰਕਤ ਮੰਗਦੇ ਹਾਂ, ਕਿਸ ਦਾ ਸਾਂਝਾ ਨਹੀਂ? ਕੀ ਉਹ ਮਸੀਹ ਦੇ ਲਹੂ ਦੀ ਸਾਂਝਾ ਨਹੀਂ? ਉਹ ਰੋਟੀ ਜਿਹਨੂੰ ਅਸੀਂ ਤੋੜਦੇ ਹਾਂ, ਕੀ ਉਹ ਮਸੀਹ ਦੇ ਸਰੀਰ ਦੀ ਸਾਂਝਾ ਸਹੀ? ਇਹ ਧੰਨਵਾਦ ਦਾ ਪਿਆਲਾ ਅਤੇ ਰੋਟੀ ਜਿਸ ਨੂੰ ਅਸੀਂ ਤੋੜਦੇ ਹਾਂ ਕੀ ਹੈ? ਇਹ ਪਸਾਹ ਦੀ ਰੋਟੀ ਅਤੇ ਦਾਖਰਸ ਹੈ। ਕੀ ਪਸਾਹ ਦਾ ਦਾਖਰਸ ਮਸੀਹ ਦੇ ਲਹੂ ਵਿੱਚ ਸਾਂਝਾ ਨਹੀਂ ਹੈ? ਅਤੇ ਕੀ ਪਸਾਹ ਦੀ ਰੋਟੀ ਮਸੀਹ ਦੇ ਸਰੀਰ ਵਿੱਚ ਸਾਂਝੀ ਨਹੀਂ ਹੈ? ਕਿਉਂਕਿ ਇਸ ਵਿੱਚ ਨਹੀਂ ਆਉਂਦਾ ਹੈ। ਇਹ ਨਕਾਰਾਤਮਕ ਲੱਗ ਸਕਦਾ ਹੈ, ਪਰ ਅਜਿਹਾ ਨਹੀਂ ਹੈ। ਇਹ ਦੱਸਦਾ ਹੈ ਕਿ ਅਸੀਂ ਪਸਾਹ ਦੀ ਰੋਟੀ ਅਤੇ ਦਾਖਰਸ ਰਾਹੀਂ ਮਸੀਹ ਦੇ ਲਹੂ ਅਤੇ ਮਸੀਹ ਦੇ ਸਰੀਰ ਵਿੱਚ ਹਿੱਸਾ ਲੈਂਦੇ ਹਾਂ। ਆਓ ਅਸੀਂ ਵਚਨ 17 ਨਾਲ ਜਾਰੀ ਰੱਖੀਏ। ਰੋਟੀ ਇੱਕੋ ਹੈ, ਇਸ ਲਈ ਅਸੀਂ ਜੋ ਬਾਹਲੇ ਹਾਂ ਸੋ ਰਲ ਕੇ ਇੱਕ ਸਰੀਰ ਹਾਂ। ਅਜਿਹਾ ਕਿਉਂ ਹੈ? ਕਿਉਂ ਜੋ ਅਸੀਂ ਸਭੇ ਇੱਕ ਰੋਟੀ ਵਿੱਚ ਸਾਂਝੀ ਹਾਂ। ਆਓ ਅਸੀਂ ਵਚਨ 21 ਉੱਤੇ ਜਾਈਏ। ਤੁਸੀਂ ਪ੍ਰਭ ਦਾ ਪਿਆਲਾ ਨਾਲੇ ਭੂਤਾਂ ਦਾ ਪਿਆਲਾ ਦੋਵੇਂ ਨਹੀਂ ਪੀ ਸਕਦੇ। ਤੁਸੀਂ ਪ੍ਰਭ ਦੀ ਮੇਜ਼ ਨਾਲੇ ਭੂਤਾਂ ਦੀ ਮੇਜ਼ ਦੋਹਾਂ ਦੇ ਸਾਂਝੀ ਨਹੀਂ ਹੋ ਸਕਦੇ। ਅਥਵਾ ਕੀ ਅਸੀਂ ਪ੍ਰਭ ਨੂੰ ਅਣਖ ਦੁਆਉਂਦੇ ਹਾਂ? ਕੀ ਅਸੀਂ ਉਸ ਨਾਲੋਂ ਬਲੀ ਹਾਂ? 1 ਕੁਰਿੰਥੀਆਂ ਅਧਿਆਇ 10 ਵਿੱਚ ਬਾਈਬਲ ਪਸਾਹ ਬਾਰੇ ਨਤੀਜਾ ਕੱਢਦੀ ਹੈ। ਇਹ ਸਿਰਫ ਰੋਟੀ ਦਾ ਇੱਕ ਟੁਕੜਾ ਖਾਣ ਅਤੇ ਇੱਕ ਪਿਆਲਾ ਦਾਖਰਸ ਪੀਣ ਬਾਰੇ ਨਹੀਂ ਹੈ। ਮਸੀਹ ਦਾ ਪਵਿੱਤਰ ਮਾਂਸ ਅਤੇ ਉਸ ਦਾ ਪਵਿੱਤਰ ਲਹੂ ਸਾਡੇ ਵਿੱਚ ਬਣਿਆ ਰਹਿੰਦਾ ਹੈ। ਉਸ ਪਲ ਤੋਂ ਅਸੀਂ ਪਰਮੇਸ਼ਵਰ ਨੂੰ ਪਿਤਾ ਅਤੇ ਮਾਤਾ ਕਹਿ ਸਕਦੇ ਹਾਂ। ਕੀ ਸਵਰਗਦੂਤ ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਸ਼ਾਨਦਾਰ ਸਵਰਗ ਦੇ ਰਾਜ ਦੇ ਦਰਵਾਜ਼ਿਆਂ ਤੇ ਰੋਕਣਗੇ? ਰਾਜਕੁਮਾਰ ਅਤੇ ਰਾਜਕੁਮਾਰੀਆਂ ਆਜ਼ਾਦੀ ਨਾਲ ਮਹਿਲ ਦੇ ਦਰਵਾਜ਼ਿਆਂ ਤੋਂ ਪ੍ਰਵੇਸ਼ ਕਰ ਸਕਦੇ ਹਨ। ਹਾਲਾਂਕਿ ਜਿਨ੍ਹਾਂ ਨੂੰ ਸ਼ੱਕੀ ਸਮਝਿਆ ਜਾਂਦਾ ਹੈ ਕਿ ਉਹ ਆਜ਼ਾਦ ਰੂਪ ਨਾਲ ਮਹਿਲ ਦੇ ਦਰਵਾਜ਼ਿਆਂ ਤੋਂ ਪ੍ਰਵੇਸ਼ ਕਰ ਸਕਦੇ ਹਨ। ਇਹ ਨਿਰਧਾਰਿਤ ਕਰਨ ਲਈ ਕਿ ਉਹ ਰਾਜ ਦੇ ਹਨ ਜਾਂ ਨਹੀਂ, ਉਹਨਾਂ ਦੀ ਪਹਿਚਾਣ ਦੀ ਜਾਂਚ ਕੀਤੀ ਜਾਂਦੀ ਹੈ। ਉਹ ਕਿਹੜੀ ਵਿਧੀ ਹੈ ਜਿਸ ਰਾਹੀਂ ਅਸੀਂ ਮਸੀਹ ਦੇ ਸਰੀਰ ਅਤੇ ਉਹਨਾਂ ਦੇ ਲਹੂ ਵਿੱਚ ਹਿੱਸਾ ਲੈ ਸਕਦੇ ਹਾਂ? ਇਹ ਪਸਾਹ ਦਾ ਪਵਿੱਤਰ ਭੋਜ ਹੈ ਜਿਸ ਨੂੰ ਅਸੀਂ ਅੱਜ ਮਨਾ ਰਹੇ ਹਾਂ। ਇਹ ਉਹ ਹੈ ਜੋ 2000 ਸਾਲ ਪਹਿਲਾਂ ਯਿਸੂ ਨੇ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਸਾਡੇ ਨਾਲ ਸਾਂਝਾ ਕੀਤਾ ਸੀ। ਆਓ ਅਸੀਂ ਅਫਸੀਆਂ ਅਧਿਆਇ 2 ਵਚਨ 11 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 2 ਵਚਨ 11। ਇਸ ਲਈ ਚੇਤੇ ਕਰੋ ਭਈ ਅੱਗੇ ਤੁਸੀਂ ਸਰੀਰ ਤੋਂ ਸਰਬੰਧ ਕਰਕੇ ਪਰਾਈਆਂ ਕੌਮਾਂ ਦੇ ਲੋਕ ਸਾਓ ਅਤੇ ਉਹਨਾਂ ਤੋਂ ਜਿਨ੍ਹਾਂ ਦੀ ਸੁੰਨਤ ਸਰੀਰ ਵਿੱਚ ਹੱਥਾਂ ਨਾਲ ਕੀਤੀ ਹੋਈ ਹੈ ਅਸੁੰਨਤੀਆਂ ਖਾਉਂਦੇ ਸਾਓ। ਨਾਲੇ ਤੁਸੀਂ ਉਸ ਸਮੇਂ ਮਸੀਹ ਤੋਂ ਅੱਡ ਇਸਰਾਇਲ ਦੀ ਪਾਤਸ਼ਾਹੀ ਤੋਂ ਨਿਆਰੇ ਕੀਤੇ ਹੋਏ ਬਚਨ ਦੇ ਨਿਯਮਾਂ ਤੋਂ ਬਾਹਰ ਆਸਾਹੀਨ ਅਤੇ ਜਗਤ ਵਿੱਚ ਪਰਮੇਸ਼ੁਰ ਤੋਂ ਰਹਿਤ ਸਾਓ। ਪਰ ਹੁਣ ਮਸੀਹ ਯਿਸੂ ਵਿੱਚ ਤੁਸੀਂ ਜੋ ਅੱਗੇ ਦੂਰ ਸਾਓ, ਕਿਸ ਦੁਆਰਾ ਅਸੀਂ ਨੇੜੇ ਕੀਤੇ ਗਏ ਹਾਂ? ਮਸੀਹ ਦੇ ਲਹੂ ਦੇ ਕਾਰਨ ਨੇੜੇ ਕੀਤੇ ਗਏ ਹੋ। ਬੇਸ਼ੱਕ ਮਸੀਹ ਦੇ ਲਹੂ ਵਿੱਚ ਵੱਖਰੇ ਵੱਖਰੇ ਅਰਥ ਸ਼ਾਮਿਲ ਹਨ, ਜਿਵੇਂ ਕਿ ਮਸੀਹ ਦਾ ਬਲੀਦਾਨ ਅਤੇ ਉਹਨਾਂ ਦੀ ਮੌਤ। ਫਿਰ ਵੀ ਪਰਿਵਾਰ ਲਹੂ ਤੇ ਬਹੁਤ ਨਿਰਭਰ ਹੁੰਦਾ ਹੈ। ਉਹ ਲਹੂ ਇੱਕ ਪਰਿਵਾਰਕ ਖੂਨ ਦੀ ਰੇਖਾ ਨਾਲ ਸੰਬੰਧਿਤ ਹੁੰਦਾ ਹੈ। ਇਹ ਬਹੁਤ ਮਹੱਤਵਪੂਰਨ ਹੈ। ਵਚਨ 14। ਕਿਉਂ ਜੋ ਸਾਡਾ ਮਿਲਾਪ ਹੈ ਜਿਸ ਨੇ ਦੋਹਾਂ ਨੂੰ ਇੱਕ ਕੀਤਾ ਅਤੇ ਆਪਣੇ ਸਰੀਰ ਵਿੱਚ ਵੈਰ ਵਿਰੋਧ ਵਾਲੀ ਜੁਦਾਈ ਦੀ ਕੰਧ ਨੂੰ ਢਾ ਦਿੱਤਾ।
ਅਤੇ ਸ਼ਰਾਂ ਨੂੰ ਵਿਧੀਆਂ ਅਤੇ ਕਾਨੂੰਨਾਂ ਸਣੇ ਆਕਾਰਤ ਕਰ ਦਿੱਤਾ ਤਾਂ ਜੋ ਦੋਹਾਂ ਤੋਂ ਆਪ ਵਿੱਚ ਇੱਕ ਨਵਾਂ ਇਨਸਾਨ ਰਚ ਕੇ ਮੇਲ ਕਰਾਵੇ। ਵਚਨ 16 ਅਤੇ ਸਲੀਬ ਦੇ ਰਾਹੀਂ ਵੈਰ ਵਿਰੋਧ ਦਾ ਕੁੱਠਾ ਕਰਕੇ ਉਸੇ ਨਾਲ ਦੋਹਾਂ ਨੂੰ ਇੱਕ ਸਰੀਰ ਬਣਾ ਕੇ ਪਰਮੇਸ਼ਵਰ ਨਾਲ ਮਿਲਾਵੇ। ਆਓ ਅਸੀਂ ਵਚਨ 19 ਉੱਤੇ ਜਾਈਏ। ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ ਸਗੋਂ ਸੰਤਾਂ ਦੇ ਵਤਨੀ ਅਤੇ ਕੀ ਪਰਮੇਸ਼ਵਰ ਦੇ ਘਰਾਣੇ ਦੇ ਹੋ। ਜੋ ਲਹੂ ਨਾਲ ਸੰਬੰਧਿਤ ਹਨ ਉਹ ਪਰਮੇਸ਼ਵਰ ਦੇ ਘਰ ਦੇ ਮੈਂਬਰ ਹਨ। ਨਿਊ ਲਿਵਿੰਗ ਟ੍ਰਾਂਸਲੇਸ਼ਨ ਵਰਜ਼ਨ ਵਿੱਚ ਇਸ ਨੂੰ ਤੁਸੀਂ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰ ਹੋ ਦੇ ਰੂਪ ਵਿੱਚ ਦਰਸਾਇਆ ਗਿਆ ਹੈ। ਫਿਰ ਕੀ ਸਾਨੂੰ ਪਰਮੇਸ਼ਵਰ ਦਾ ਪਰਿਵਾਰ ਬਣਾਉਂਦਾ ਹੈ? ਆਓ ਅਸੀਂ ਥੋੜਾ ਹੋਰ ਵਿਸਥਾਰ ਨਾਲ ਦੇਖੀਏ। ਅਸੀਂ ਨਵੇਂ ਨੇਮ ਪਸਾਹ ਦੇ ਲਹੂ ਦੁਆਰਾ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰ ਬਣ ਗਏ ਹਾਂ। ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਅੱਜ ਅਸੀਂ ਜਿਸ ਪਸਾਹ ਨੂੰ ਮਨਾ ਰਹੇ ਹਾਂ ਉਹ ਪੂਰੀ ਮਨੁੱਖ ਜਾਤੀ ਲਈ ਸਭ ਤੋਂ ਆਸ਼ੀਸ਼ਿਤ ਖਬਰ ਹੈ। ਇਹ ਖਬਰ ਸਾਰੇ ਲੋਕਾਂ ਨੂੰ ਪ੍ਰਚਾਰ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਜ਼ਿਆਦਾ ਆਤਮਾਵਾਨ ਤੋਬਾ ਕਰ ਸਕਣ ਅਤੇ ਦੂਜੇ ਮਹੀਨੇ ਦੇ ਪਸਾਹ ਦੇ ਦਿਨ ਵੀ ਪਰਮੇਸ਼ਵਰ ਕੋਲ ਵਾਪਸ ਆ ਸਕਣ। ਜਦੋਂ ਅਸੀਂ 2 ਇਤਿਹਾਸ ਅਧਿਆਇ 30 ਪੜ੍ਹਦੇ ਹਾਂ ਤਾਂ ਰਾਜਾ ਹਿਜਕੀਯਾਹ ਨੇ ਪੂਰੇ ਉੱਤਰੀ ਇਸਰਾਏਲ ਵਿੱਚ ਸੰਦੇਸ਼ਵਾਹਕ ਭੇਜੇ। ਉਸਨੇ ਕੀ ਘੋਸ਼ਣਾ ਕੀਤੀ? ਆਪਣੇ ਪਰਮੇਸ਼ਵਰ ਵੱਲ ਮੁੜੋ। ਪਸਾਹ ਦਾ ਪ੍ਰਭ ਸਵਰਗੀ ਸੰਤਾਨਾਂ ਨੂੰ, ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਸੁੱਟੇ ਗਏ ਸੀ, ਤੋਬਾ ਕਰਨ ਅਤੇ ਪਰਮੇਸ਼ਵਰ ਕੋਲ ਵਾਪਸ ਜਾਣ ਦੀ ਇਜਾਜ਼ਤ ਦਿੰਦਾ ਹੈ। ਪਸਾਹ ਦੇ ਪਰਬ ਦੁਆਰਾ ਪਰਮੇਸ਼ਵਰ ਸਾਨੂੰ ਇਸ ਧਰਤੀ ਉੱਤੇ ਆਸ਼ੀਸ਼ਾਂ ਦੇਣਗੇ, ਪਰ ਸਾਨੂੰ ਜਿਸ ਚੀਜ਼ ਦੀ ਆਸ ਕਰਨੀ ਚਾਹੀਦੀ ਹੈ ਉਹ ਹੈ ਸਵਰਗ ਦੀਆਂ ਆਸ਼ੀਸ਼ਾਂ। ਇਸ ਧਰਤੀ ਉੱਤੇ ਸਭ ਕੁਝ ਅਸਥਾਈ ਹੈ, ਕਿਉਂਕਿ ਇਹ ਦੁਨੀਆ ਸੀਮਤ ਚੀਜ਼ਾਂ ਤੋਂ ਬਣੀ ਹੋਈ ਹੈ, ਇਸ ਲਈ ਇਸ ਦੇ ਅੰਦਰ ਕੁਝ ਵੀ ਸਦੀਪਕ ਨਹੀਂ ਹੈ। ਇਸ ਕਰਕੇ ਲੋਕ ਸਾਡੇ ਜੀਵਨ ਦਾ ਵਰਣਨ ਇੱਕ ਛੋਟੀ ਯਾਤਰਾ ਦੇ ਰੂਪ ਵਿੱਚ ਕਰਦੇ ਹਨ, ਹੈ ਨਾ? ਦੂਜੇ ਸ਼ਬਦਾਂ ਵਿੱਚ ਇਹ ਇੱਕ ਅਜਿਹੀ ਜਗ੍ਹਾ ਨਹੀਂ ਹੈ ਜਿੱਥੇ ਅਸੀਂ ਹਮੇਸ਼ਾ ਲਈ ਰਹਿੰਦੇ ਹਾਂ, ਸਗੋਂ ਇੱਕ ਅਸਥਾਈ ਛੁੱਟੀ ਹੈ। ਅੱਜ ਅਸੀਂ ਪੁਸ਼ਟੀ ਕੀਤੀ ਕਿ ਅਸੀਂ ਪਸਾਹ ਦੇ ਦਿਨ ਮਸੀਹ ਦੇ ਲਹੂ ਦੁਆਰਾ ਪਰਮੇਸ਼ਵਰ ਦੇ ਪਰਿਵਾਰ ਦੇ ਮੈਂਬਰ ਬਣਦੇ ਹਾਂ। 2000 ਸਾਲ ਪਹਿਲਾਂ ਮਰਕੁਸ ਦੇ ਉੱਪਰਲੇ ਕਮਰੇ ਵਿੱਚ ਯਿਸੂ ਨੇ ਕਿਹਾ, ਮੈਂ ਵੱਡੀ ਇੱਛਾ ਨਾਲ ਚਾਹਿਆ ਇਹ ਪਸਾਹ ਖਾਵਾਂ। ਸਾਨੂੰ ਆਪਣੇ ਦਿਲਾਂ ਉੱਤੇ ਉਕਰਨਾ ਚਾਹੀਦਾ ਹੈ ਅਤੇ ਯਾਦ ਰੱਖਣਾ ਚਾਹੀਦਾ ਹੈ ਕਿ ਯਿਸੂ ਨੇ ਕਿੰਨੀ ਉਤਸੁਕਤਾ ਨਾਲ ਪਸਾਹ ਮਨਾਉਣ ਦੀ ਲਾਲਸਾ ਕੀਤੀ ਸੀ। ਹਾਲਾਂਕਿ ਸਾਡੇ ਆਲੇ ਦੁਆਲੇ ਇੱਕ ਨਜ਼ਰ ਪਾਓ, ਕੋਈ ਵੀ ਚਰਚ ਨਹੀਂ ਹੈ ਜੋ ਪਸਾਹ ਨੂੰ ਮਨਾਉਂਦਾ ਹੈ। ਜਦੋਂ ਤੁਸੀਂ ਈਸਾਈ ਧਰਮ ਦੇ ਇਤਿਹਾਸ ਦਾ ਅਧਿਐਨ ਕਰਦੇ ਹੋ ਤਾਂ 4ਵੀਂ ਸਦੀ ਵਿੱਚ ਨੀਕੀਆ ਦੀ ਪਰਿਸ਼ਦ ਵਿੱਚ ਪਸਾਹ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਫਿਰ ਵੀ ਕਿਉਂਕਿ ਇਹ ਪਰਮੇਸ਼ਵਰ ਦੁਆਰਾ ਸਥਾਪਿਤ ਕੀਤਾ ਗਿਆ ਹੈ, ਇਸ ਲਈ ਇਸ ਨੂੰ ਸਦਾ ਲਈ ਸੱਚ ਰਹਿਣਾ ਚਾਹੀਦਾ ਹੈ। ਇਸ ਵਿੱਚ ਡੂੰਘਾ ਅਰਥ ਹੈ। ਇਸ ਪਸਾਹ ਦੇ ਜ਼ਰੀਏ ਅਸੀਂ ਮਸੀਹ ਦੇ ਸਰੀਰ ਅਤੇ ਲਹੂ ਨੂੰ ਪ੍ਰਾਪਤ ਕਰਦੇ ਹਾਂ ਅਤੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਦੇ ਪੁੱਤਰ ਅਤੇ ਧੀਆਂ ਬਣ ਜਾਂਦੇ ਹਾਂ। ਅਸੀਂ ਸਵਰਗੀ ਸੰਤਾਨ ਬਣ ਗਏ ਹਾਂ ਜੋ ਪਾਪਾਂ ਦੀ ਮਾਫੀ ਅਤੇ ਮੁਕਤੀ ਪ੍ਰਾਪਤ ਕਰਨਗੇ ਅਤੇ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨਗੇ। ਪਰਮੇਸ਼ਵਰ ਪ੍ਰਤੀ ਸੱਚੇ ਸ਼ੁਕਰਗੁਜ਼ਾਰ ਨਾਲ ਮੈਂ ਪਸਾਹ ਦੇ ਦਿਨ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।